ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਮੈਂ ਤੁਹਾਨੂੰ ਨੈਨੀ ਅਰਲੀ ਚਾਈਲਡਹੁੱਡ ਐਜੂਕੇਸ਼ਨ ਦੇ ਬਾਰੇ ਦੱਸਣ ਚੱਲਿਆ ਹੈਗਾ। ਇਹ ਲਗਾਤਾਰ 46ਵੀਂ ਵੀਡੀਓ ਹੈਗੀ, ਮੇਰੀ 46th ਵੀਡੀਓ ਹੈਗੀ। ਤਾਂ ਪੰਜਾਬ ਵਿੱਚ ਜਿਵੇਂ ਰੁਝਾਨ ਹੈਗਾ ਕਿ ਕੈਨੇਡਾ ਉਹਨਾਂ ਦਾ ਫੇਵਰੇਟ ਡੈਸਟੀਨੇਸ਼ਨ ਹੈ, ਹਰ ਬੰਦਾ ਉੱਥੇ ਜਾਣਾ ਚਾਹੁੰਦਾ। ਨਿਊਜ਼ੀਲੈਂਡ ਅਤੇ ਆਸਟ੍ਰੇਲੀਆ ਵਿੱਚ ਜਿੰਨੇ ਪੰਜਾਬੀ ਹੈਗੇ ਉਹ ਜੁਗਾੜ ਕਰਕੇ ਉਹਨਾਂ ਦਾ ਉੱਥੇ ਜਾਣਾ ਅਸੰਭਵ ਹੋ ਗਿਆ ਹੈਗਾ। ਤੁਸੀਂ ਦੇਖ ਹੀ ਰਹੇ ਹੋ ਕਿ ਜਦ ਹਮਾਰੇ ਟਰੰਪ ਵੀਰ ਜੀ ਆਏ ਹੈਗੇ ਤਾਂ USA ਵੀ ਜਾਣਾ ਮੁਸ਼ਕਿਲ ਹੋ ਗਿਆ ਹੈ। ਉੱਥੇ ਤਾਂ ਪਤਾ ਨਹੀਂ ਕਿੰਨੇ ਕਿੰਨੇ ਲੋਕਾਂ ਨੂੰ ਡੀਪੋਰਟ ਹੋਣਾ ਪਏਗਾ। ਤਾਂ ਮੈਂ ਸਾਰੇ ਵੀਰਾਂ ਨੂੰ ਅਤੇ ਭੈਣਾਂ ਨੂੰ, ਬੱਚਿਆਂ ਨੂੰ ਇਹੀ ਸਲਾਹ ਦਿੰਦਾ ਹੈਗਾ ਕਿ ਕੋਈ ਵੀ ਕੋਰਸ ਕਰੋ, ਚਾਹੇ ਕਿੱਥੋਂ ਵੀ ਕਰੋ, ਤਾਂ ਉਦੋਂ ਸਕੂਟਨਾਈਜ਼ ਜ਼ਰੂਰ ਕਰੋ। ਜਿਵੇਂ ਸਾਡੀ ਸੰਸਥਾ ਬਾਬਾ ਦੀਪ ਸਿੰਘ ਇੰਸਟੀਚਿਊਟ ਸਿਰਫ ਨੈਨੀ ਹੀ ਨਹੀਂ ਕਰਾਉਂਦੀ, ਪੈਰਾਮੈਡੀਕਲ ਕੋਰਸਿਸ ਅਤੇ ਹੋਰ ਹਿਊਮਨਿਟੀਜ਼, ਸੋਸ਼ਲ ਸਾਇੰਸਿਸ ਦੇ ਕੋਰਸਿਸ ਲਗਭਗ 200 ਕੋਰਸ ਕਰਾ ਰਹੀ ਹੈ। ਤਾਂ ਸਿਰਫ ਨੈਨੀ ਕੋਰਸ ਨਹੀਂ ਕਰਵਾ ਰਹੇ ਅਸੀਂ, ਪਰ ਮੈਂ ਵੀਡੀਓ ਹਰ ਮਹੀਨੇ 2-4 ਪੋਸਟ ਕਰ ਦਿੰਦਾ ਪਬਲਿਕ ਇੰਟਰਸਟ ਵਿੱਚ, ਜਨ ਹਿੱਤ ਵਿੱਚ, ਕਿ ਤੁਸੀਂ ਇਹ ਜਾਣ ਸਕੋ ਕਿ ਤੁਹਾਡੇ ਕੋਰਸ ਦੀ ਮਹੱਤਤਾ ਕੀ ਹੈ। ਪਲੱਸ ਤੁਸੀਂ ਉਹ ਕੋਰਸ ਬਾਹਰ ਵਾਸਤੇ ਕਰ ਰਹੇ ਹੋ ਤਾਂ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਕਿ ਅਸੀਂ ਕਿਉਂ ਨਹੀਂ ਫਾਈਲ ਲਗਾਉਂਦੇ। ਅਤੇ ਬਾਕੀ ਤੁਹਾਨੂੰ ਹਰੇਕ ਇੰਸਟੀਚਿਊਟ ਕਹੂਗਾ ਕਿ ਅਸੀਂ ਫਾਈਲ ਲਗਾਵਾਂਗੇ ਨੈਨੀ ਦੀ, ਪਰ ਅਸੀਂ ਨਹੀਂ ਲਗਾਉਂਦੇ, ਅਸੀਂ ਸਿਰਫ ਐਜੂਕੇਸ਼ਨ ਦਿੰਦੇ ਹਾਂ। ਉਹਦਾ ਕਾਰਨ ਇੱਕੋ ਇੱਕ ਹੈ ਕਿ ਸਾਡੇ ਪੰਜਾਬੀ ਵੀਰ ਇਹ ਧਿਆਨ ਰੱਖਣ ਕਿ ਜਦੋਂ ਵੀ ਅਸੀਂ ਆਪਣੀ ਲੜਕੀ ਨੂੰ ਗੁਆਂਢੀ ਦੇ ਘਰ ਵੀ ਭੇਜਣਾ ਹੈਗਾ ਜਾਂ ਰਿਸ਼ਤੇਦਾਰ ਦੇ ਘਰ ਭੇਜਣਾ ਹੈਗਾ ਅਤੇ 2 ਦਿਨ ਵਾਸਤੇ, 4 ਦਿਨ, 15 ਦਿਨ ਵਾਸਤੇ ਭੇਜਣਾ ਹੈ, ਤਾਂ ਆਪਾਂ ਬਹੁਤ ਇਨਕੁਆਇਰੀ ਕਰਦੇ ਹਾਂ। ਤਾਂ ਮੇਰੇ ਵੀਰਾਂ ਨੂੰ ਕੀ ਹੋ ਗਿਆ ਹੈਗਾ ਕਿ ਉਹ ਜਦੋਂ ਕੈਨੇਡਾ ਵਾਸਤੇ ਕਿਸੇ ਇੰਸਟੀਚਿਊਟ ਨੂੰ ਫੋਨ ਕਰਦੇ ਹੈਗੇ ਅਤੇ ਉਹਨੂੰ ਕਿਉਂ ਕਹਿ ਦਿੰਦੇ ਕਿ ਤੁਸੀਂ ਸਾਡੇ ਵਾਸਤੇ ਕੈਨੇਡਾ ਐਮਪਲਾਇਰ ਅਰੇਂਜ ਕਰ ਦੋਗੇ? ਕੀ ਇਹ ਸਾਰੀਆਂ ਉਂਗਲਾਂ ਬਰਾਬਰ ਹੈ 5? ਕੀ ਕੈਨੇਡਾ ਵਿੱਚ ਕ੍ਰਿਮੀਨਲ ਲੋਕ ਨਹੀਂ ਹੈ? 50 ਬੰਦੇ ਵੀ ਅਸੀਂ ਪੰਜਾਬ ਵਿੱਚੋਂ ਜਾਂ ਕਿੱਥੋਂ ਇੰਡੀਆ 'ਚੋਂ ਦੇਖ ਲਈਏ ਤਾਂ ਪੰਜਾਬ ਵਿੱਚ ਪਤਾ ਨਹੀਂ ਕਿੰਨੇ ਬੰਦੇ ਕ੍ਰਿਮੀਨਲ ਹੋਣਗੇ ਜਾਂ ਜਿਹੜਾ ਸ਼ੋਸ਼ਣ ਕਰਨਗੇ। ਤਾਂ ਨੈਚੁਰਲੀ ਆਪਾਂ ਕੈਨੇਡਾ ਸ਼ਬਦ ਦੇ ਵਿੱਚ ਇਹ ਕਿਉਂ ਸਮਝ ਬੈਠਦੇ ਕਿ ਅੰਗਰੇਜ਼ ਲੋਕ ਸ਼ੋਸ਼ਣ ਨਹੀਂ ਕਰਦੇ? ਤਾਂ ਇੱਕ ਅਨਨੋਨ ਬੰਦੇ ਦੇ ਘਰ ਅਸੀਂ ਆਪਣੀ ਧੀ ਭੈਣ ਭੇਜਦੇ ਹੈਗੇ ਅਤੇ ਅਸੀਂ ਇਹ ਸੋਚਦੇ ਹਾਂ ਕਿ ਇੰਸਟੀਚਿਊਟ ਵਾਲਾ ਸਾਨੂੰ ਐਮਪਲਾਇਰ ਲੱਭ ਕੇ ਦੇ ਰਿਹਾ, ਉਹਨੂੰ ਪੈਸੇ ਵੀ ਦਿੰਦੇ ਹਾਂ ਅਤੇ ਬਿਮਾਰੀ ਵੀ ਖਰੀਦਦੇ ਹਾਂ। ਬਹੁਤ ਗਲਤ ਕਰ ਰਹੇ ਹਾਂ। ਤਾਂ ਕਦੀ ਵੀ ਕਿਸੇ ਇੰਸਟੀਚਿਊਟ ਵਾਲੇ ਨੂੰ ਫਾਈਲ ਲਗਾਉਣ ਲਈ ਨਾ ਕਹੋ। ਤੁਹਾਡਾ ਕੋਈ ਜਾਣਕਾਰ ਉੱਧਰ ਹੈਗਾ ਜਿਹਦੀ ਕੋਖ ਕਰ ਸਕਦੇ ਹੋ ਤੁਸੀਂ, ਤਾਂ ਉਹ ਕੋਖ ਕਰ ਸਕਦੇ ਹੋ, ਤਾਂ ਡੈਫੀਨੇਟਲੀ ਉਸ ਤੋਂ ਆਫਰ ਲੈਟਰ ਮੰਗਾਓ। ਆਫਰ ਲੈਟਰ ਸਪਾਂਸਰਸ਼ਿਪ ਨਾਲੋਂ ਟੋਟਲ ਅਲੱਗ ਹੁੰਦੀ ਹੈ। ਆਫਰ ਲੈਟਰ ਦਾ ਮਤਲਬ ਜੌਬ ਆਫਰ ਜੋ ਤੁਹਾਨੂੰ ਦੇ ਸਕਦਾ ਹੈ। ਅਤੇ ਅਗਰ ਤੁਸੀਂ ਪਰਪੱਕ ਹੋ, ਤੁਸੀਂ ਖੁਦ ਜ਼ਿੰਮੇਵਾਰ ਹੋ ਇਹੋ ਜਿਹੇ ਐਮਪਲਾਇਰ ਲਈ। ਕਿਸੇ ਇੰਸਟੀਚਿਊਟ ਨੇ ਕੋਈ ਜ਼ਿੰਮੇਵਾਰੀ ਨਹੀਂ ਲੈਣੀ, ਉਹਨਾਂ ਨੇ ਪੈਸੇ ਫੜ ਲੈਣੇ ਆ ਤੁਹਾਡੇ ਤੋਂ। ਇਸ ਕਰਕੇ ਨੈਨੀ ਦਾ ਕੋਰਸ ਕਰਨ ਲਈ ਸਾਡੇ ਕੋਲ ਆਓ ਜ਼ਰੂਰ, ਮਗਰ ਸਾਨੂੰ ਫਾਈਲ ਲਗਾਉਣ ਲਈ, ਜੌਬ ਆਫਰ ਲਈ ਸਾਨੂੰ ਕੋਈ ਨਹੀਂ ਜਾਣਦਾ। ਚਾਹੇ ਜਿੰਨਾ ਮਰਜ਼ੀ ਲੋਕ ਜਾਣਦੇ ਹੋਣ, ਅਸੀਂ ਕਿਸੇ ਦੇ ਅੰਦਰ ਥੋੜ੍ਹਾ ਵੜ ਕੇ ਬੈਠੇ ਹਾਂ। ਅਤੇ ਜਿਹੜੇ ਇੰਸਟੀਚਿਊਟ ਕਹਿੰਦੇ ਅਸੀਂ 2 ਲੱਖ 10 ਲੱਖ ਦੇ ਇੰਪਲਾਇਰ ਅਰੇਂਜ ਕਰ ਦਾਂਗੇ, ਇਹ ਬਾਅਦ ਦੀ ਗੱਲ ਹੈ। ਜਦੋਂ ਕੋਰਸ ਪੂਰਾ ਹੋਏਗਾ ਤਾਂ ਫਿਰ ਇੰਪਲਾਇਰ ਕਿਤੇ ਤੇ ਕਿਹੜੀ ਰਾਜਾ ਕਿਹੜੀ ਪ੍ਰਜਾ, ਉਹ ਤਾਂ ਪੋਲੀਟੀਸ਼ੀਅਨ ਵਾਲੀ ਗੱਲ ਹੋ ਗਈ। ਜਿਵੇਂ ਕਿ ਸਾਡੇ ਨੇਤਾ ਹੈਗੇ, ਉਹਨਾਂ ਦੀ ਐਕਸਪਾਇਰੀ ਡੇਟ ਨਹੀਂ ਹੈ। ਇੱਕ ਚਾਹ ਦੀ ਪੱਤੀ ਦਾ ਪੈਕਟ ਵੀ ਜਿਹੜਾ ਹੈਗਾ ਡਿਪ ਵਾਲਾ, ਉਹ ਵੀ ਸਾਲ ਬਾਅਦ ਐਕਸਪਾਇਰ ਹੋ ਜਾਂਦਾ ਹੈਗਾ। ਪਰ ਸਾਡੇ ਪੋਲੀਟੀਸ਼ੀਅਨ ਨੇਤਾਵਾਂ ਦੀ ਨਹੀਂ ਹੈ। ਉਹਨਾਂ ਨੇਤਾਵਾਂ 'ਚੋਂ ਇਹ ਏਜੰਟ ਪੈਦਾ ਹੁੰਦੇ ਆ ਫਿਰ, ਜਿਹੜੇ ਕਿ ਤੁਹਾਡੀ ਡਿਮਾਂਡ ਕਰਕੇ, ਜਿਹੜੀਆਂ ਅਸੀਂ ਇਲੀਗਲ ਡਿਮਾਂਡਾਂ ਕਰਦੇ ਹਾਂ, ਉਹਨੂੰ ਸਪਲਾਈ ਕਿਤੇ ਨਾ ਕਿਤੇ ਹੋ ਜਾਂਦੀ ਹੈ। ਇਸ ਕਰਕੇ ਕਦੀ ਵੀ ਇਲੀਗਲ ਡਿਮਾਂਡ ਨਾ ਕਰੋ, ਨੈਤਿਕ ਤਰੀਕੇ ਨਾਲ ਜਾਓ, ਆਪਣੇ ਬੇਸ 'ਤੇ ਇੰਪਲਾਇਰ ਲੱਭੋ, ਜਾਂ naukri.com 'ਤੇ ਜਾਓ, greataupair.com 'ਤੇ ਜਾਓ, ਜਿਹੜਾ ਕੋਰਸ ਕੀਤਾ ਹੈਗਾ ਕਿਸੇ ਸੰਸਥਾ ਤੋਂ, ਚੰਗੀ ਰੈਪੂਟੇਡ ਸੰਸਥਾ ਤੋਂ, ਉਹਨੂੰ ਅਪਲੋਡ ਕਰੋ, ਤੁਹਾਨੂੰ ਇੰਪਲਾਇਰ ਆਪਣੇ ਆਪ ਲੱਭ ਲੈਣਗੇ। ਦੂਸਰੀ ਗੱਲ, ਅਗਰ ਤੁਸੀਂ ਵਿਹਲੇ ਹੋ ਤਾਂ ਇਹ ਜਾਣ ਲਓ ਕਿ ਅਸੀਂ ਵਿਹਲੇ ਨਹੀਂ ਹਾਂ। ਠੀਕ ਹੈ, ਪਬਲਿਕ ਇੰਟਰਸਟ ਵਿੱਚ ਅਸੀਂ ਤੁਹਾਨੂੰ ਬਹੁਤ ਕੁਝ ਦੇ ਸਕਦੇ ਹਾਂ। ਬਹੁਤ ਸਾਰੇ ਵਿਦਿਆਰਥੀ ਮੈਨੂੰ ਫੋਨ ਕਰ ਰਹੇ ਹੈਗੇ ਕਿ ਸਰ ਫਲਾਣੀ ਜਗ੍ਹਾ ਤੋਂ ਕੀਤਾ, ਸਾਨੂੰ ਦੱਸ ਦਿਓ। ਬੇਟਾ ਪਹਿਲੀ ਗੱਲ ਇਹ, ਘੋੜਾ ਘਾਹ ਨਾਲ ਦੋਸਤੀ ਕਰੇਗਾ ਤਾਂ ਖਾਏਗਾ ਕੀ? ਮੈਂ ਧ੍ਰਿਤ ਰਾਸ਼ਟਰ ਤਾਂ ਹੈ ਨਹੀਂ। ਠੀਕ ਹੈ, ਮੇਰਾ ਸਮਾਜ ਪ੍ਰਤੀ ਕੁਛ ਨਾ ਕੁਛ ਡਿਊਟੀਜ਼ ਬਣਦੀਆਂ, ਮੈਂ ਤੁਹਾਨੂੰ ਸੁਚੇਤ ਕਰਾਂਗਾ। ਪਰ ਫਿਰ ਵੀ ਬਹੁਤ ਸਾਰਾ ਸੁਚੇਤ ਕਰਨ ਦੇ ਬਾਅਦ ਵੀ ਵਿਦਿਆਰਥੀ ਚੰਡੀਗੜ੍ਹ, ਮੋਹਾਲੀ, ਜਲੰਧਰ, ਮੋਗਾ ਦੇ ਹੀ ਜਾਂਦੇ ਆ ਇਹੋ ਜਿਹੇ ਨੈਨੀ ਇੰਸਟੀਚਿਊਟਾਂ ਨੂੰ ਪੈਸੇ। ਤਾਂ ਫਿਰ ਸਲਾਹ ਸਾਡੇ ਤੋਂ ਮੰਗਣ ਦਾ ਕੀ ਫਾਇਦਾ? ਜਦੋਂ ਖੂਹ 'ਚ ਗਿਰ ਹੀ ਗਏ ਤਾਂ ਹੁਣ ਸਾਰਿਆਂ ਨੂੰ ਖੂਹ 'ਚੋਂ ਤਾਂ ਨਹੀਂ ਮੈਂ ਕੱਢਾਂਗਾ। ਤਾਂ ਇਹ ਯਾਦ ਰੱਖੋ, ਜਿਹੜੀ ਵੀ ਸੰਸਥਾ ਤੁਹਾਨੂੰ ਨੈਨੀ ਦਾ ਸਰਟੀਫਿਕੇਟ ਦੇ ਰਹੀ ਹੈ ਕਿ ਉਹਨੇ ਕਦੀ ਕੋਈ ਇੰਡੀਆ ਵਿੱਚ ਪਲੇਸ ਕਰਾਏ ਆ ਬੱਚੇ, ਕਿਸੇ ਹਸਪੀਟਲ ਦੇ ਦਰਸ਼ਨ ਕੀਤੇ ਹੈ,
ਉਹਨੇ ਕਦੀ ਹਸਪੀਟਲ ਦੇ ਅਲਾਈਡ ਹੈਲਥ ਦੇ ਕੋਰਸਿਸ ਚਲਾਏ ਹੈ, ਕਿੰਨੀਆਂ ਯੂਨੀਵਰਸਿਟੀਆਂ ਨੂੰ ਐਸੋਸੀਏਟਡ ਰਿਹਾ, ਚਾਹੇ ਉਹ ਆਪਣਾ ਦੇ ਰਿਹਾ ਸਰਟੀਫਿਕੇਟ, ਕਿ ਉਹ ਇੰਡੀਆ ਵਿੱਚ ਪਟਿਆਲੇ, ਜਲੰਧਰ, ਲੁਧਿਆਣੇ ਵਿੱਚ ਕਦੀ ਪਲੇਸ ਕਰ ਸਕਿਆ ਹਸਪਤਾਲਾਂ 'ਚ, ਤੇ ਉਹ ਕਹਿੰਦਾ ਮੈਂ ਪਲੇਸ ਕਰ ਦਾਂਗਾ ਤੁਹਾਨੂੰ ਕੈਨੇਡਾ ਵਿੱਚ। ਤਾਂ ਇਹ ਤਾਂ ਕੜੀਆਂ ਸੱਚਾਈਆਂ ਹੈ। ਕਿ ਉਹ ਫਾਊਂਡਰ ਮੈਂਬਰ ਹੈਗਾ, ਕਿ ਜਿਹੜਾ ਉਹਦਾ ਇੰਸਟੀਚਿਊਟ ਦਾ ਫਾਊਂਡਰ ਹੈ, ਇੰਟਰਨੈਸ਼ਨਲ ਕਾਉਂਸਲ ਆਫ ਡਿਸਟੈਂਸ ਐਜੂਕੇਸ਼ਨ ਦਾ ਮੈਂਬਰ ਹੈ, ਕਿ ਉਹ ਇੰਟਰਨੈਸ਼ਨਲ ਐਸੋਸੀਏਸ਼ਨ ਐਜੂਕੇਟਰ ਫॉर ਵਰਲਡ ਪੀਸ NGO USA ਐਫੀਲੀਏਟਿਡ ਵਿਦ ਇਕੋਸੋਗ USA